ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਜਿਵੇਂ ਤੁਹਾਨੂੰ ਪਤਾ ਹੈ ਕਿ ਇੱਥੇ ਮਾਸਟਰ ਕੈਡਰ ਕੈਮਿਸਟਰੀ ਦੀ ਪ੍ਰੈਪਰੇਸ਼ਨ ਚੱਲ ਰਹੀ ਹੈ, ਠੀਕ ਹੈ ਜੀ। MCQ ਸੀਰੀਜ਼ ਚੱਲ ਰਹੀ ਹੈ ਜਿਸ ਦੇ ਵਿੱਚ ਸੋਲਿਡ ਸਟੇਟ ਜੋ ਹੈ ਚੈਪਟਰ ਅਸੀਂ ਕਰ ਰਹੇ ਹਾਂ, ਠੀਕ ਹੈ ਜੀ। ਸੋ ਅੱਜ ਦਾ ਜਿਹੜਾ ਹੁਣ ਦਾ ਪਾਰਟ ਹੈ ਡੇ 5 ਰਹੂਗਾ। ਸੋ ਲੈਟ ਅਸ ਸਟਾਰਟ ਦਾ ਟੋਪਿਕ ਦੈਟ ਇਜ਼ ਡਿਫੈਕਟਸ ਇਨ ਕ੍ਰਿਸਟਲ। Very first question is certain crystals produce electric signals on application of pressure. This phenomenon is called ਇਸ phenomena ਨੂੰ ਕੀ ਕਿਹਾ ਜਾਂਦਾ ਹੈ? This phenomenon is called that is piezoelectricity. That is correct answer is C. Next question is which defect causes decrease in the density of crystal? ਕਹਿੰਦੇ ਉਹ ਕਿਹੜਾ ਡਿਫੈਕਟ ਹੈ ਜੀ ਜਿਹੜਾ ਕ੍ਰਿਸਟਲ ਦੀ ਡੈਂਸਿਟੀ ਨੂੰ ਘਟਾ ਦਿੰਦਾ ਹੈ? ਸੋ ਸੈਕਿੰਡ ਦਾ ਆਂਸਰ ਰਹੇਗਾ that is short key. ਸ਼ਾਰਟ ਕੀ ਡਿਫੈਕਟ ਜਿਹੜੇ ਹੁੰਦੇ ਨੇ, ਠੀਕ ਹੈ, ਜਿੰਨਾ ਜ਼ਿਆਦਾ ਸ਼ਾਰਟ ਕੀ ਡਿਫੈਕਟ ਹੋਏਗਾ ਓਨਾ ਜੋ ਹੈ ਡਿਕਰੀਜ਼ ਇਨ ਡੈਂਸਿਟੀ ਹੋ ਜਾਏਗਾ, ਠੀਕ ਹੈ। ਜਿੰਨਾ ਜ਼ਿਆਦਾ ਸ਼ਾਰਟ ਕੀ ਉਨੀ ਜ਼ਿਆਦਾ ਡਿਕਰੀਜ਼ ਇਨ ਡੈਂਸਿਟੀ। ਨੈਕਸਟ ਕੁਐਸਚਨ ਹੈ ਦਾ ਕਰੈਕਟ ਸਟੇਟਮੈਂਟ ਰਿਗਾਰਡਿੰਗ ਐਫ ਸੈਂਟਰ। ਤੁਸੀਂ ਐਫ ਸੈਂਟਰ ਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਕਰੈਕਟ ਸਟੇਟਮੈਂਟ ਦੱਸਣੀ ਹੈ। ਇਹਦੇ ਆਪਸ਼ਨਸ ਦਿੱਤੇ ਹੋਏ ਨੇ ਤੁਹਾਨੂੰ। ਫਸਟ ਹੈਗਾ ਕਿ ਇਲੈਕਟ੍ਰੋਨ ਆਰ ਹੈਲਡ ਇਨ ਦਾ voids of crystal, F center produces color to the crystal, conductivity of crystal increases due to F center, and D option is all। ਦੇਖੋ ਸਾਰੇ ਜਿਹੜੇ ਆਪਸ਼ਨਸ ਨੇਗੇ ਰਿਗਾਰਡਿੰਗ ਐਫ ਸੈਂਟਰ ਬਿਲਕੁਲ ਸਹੀ ਨੇ, ਠੀਕ ਹੈ ਜੀ। ਇਲੈਕਟ੍ਰੋਨ ਆਰ ਹੈਲਡ, ਜੋ ਕ੍ਰਿਸਟਲ ਦੇ ਵਿੱਚ ਵੋਇਡਸ ਹੁੰਦੇ ਨੇ ਉੱਥੇ ਇਲੈਕਟ੍ਰੋਨ ਹੈਲਡ ਹੁੰਦੇ ਨੇ, ਬਿਲਕੁਲ ਸਹੀ ਹੈ। ਐਫ ਸੈਂਟਰ ਕਹਿੰਦੇ ਪ੍ਰੋਡਿਊਸਿਸ ਕਲਰ ਪ੍ਰੋਡਿਊਸ ਕਰਦਾ, ਬਿਲਕੁਲ ਸਹੀ ਹੈ। ਸੀ ਜੋ ਹੈ ਦੈਟ ਇਜ਼ ਕੰਡਕਟੀਵਿਟੀ ਜਿਹੜੀ ਹੁੰਦੀ ਹੈ ਕ੍ਰਿਸਟਲ ਦੀ ਉਹ ਵੱਧ ਜਾਂਦੀ ਹੈ ਐਫ ਸੈਂਟਰ ਦੇ ਹੋਣ ਦੇ ਨਾਲ, ਬਿਲਕੁਲ ਜੀ। ਤਾਂ ਇਹਦਾ ਜਿਹੜਾ ਕਰੈਕਟ ਆਂਸਰ ਰਹੂਗਾ ਦੈਟ ਇਜ਼ ਆਲ ਇਹਦਾ ਕਰੈਕਟ ਆਂਸਰ ਹੈ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਦੈਟ ਇਜ਼ ਡੋਪਿੰਗ ਆਫ ਸਿਲੀਕਨ ਵਿਦ ਬੋਰੋਨ ਲੀਡਸ ਟੂ, ਠੀਕ ਹੈ ਜੀ। ਡੋਪਿੰਗ ਜੇਕਰ ਸਿਲੀਕਨ ਦੀ ਕਰੀਏ ਅਸੀਂ ਬੋਰੋਨ ਦੇ ਨਾਲ ਤਾਂ ਕੀ ਚੀਜ਼ ਜਿਹੜੀ ਹੈਗੀ ਇੱਥੇ ਪ੍ਰੋਡਿਊਸ ਹੋਏਗੀ, ਕੀ ਚੀਜ਼ ਬਣਦੀ ਹੈ? ਦੈਟ ਇਜ਼ ਮੇਕਿੰਗ ਇਨਸੂਲੇਟਰ। ਸੋ ਫੋਰਥ ਦਾ ਜੋ ਆਂਸਰ ਹੈ ਦੈਟ ਇਜ਼ ਡੀ ਇਜ਼ ਦਾ ਕਰੈਕਟ ਆਂਸਰ। ਨੈਕਸਟ ਕੁਐਸਚਨ ਦੇਖੋ। If NaCl is doped with 10 raised to power minus 3 mole percent strontium Cl2, then the concentration of cation vacancies will be। ਤਾਂ ਇਸ ਦਾ correct answer ਕੀ ਰਹੇਗਾ? That is equal to, this correct answer is that is 1 into 10 raised to power minus 3 mole percent। ਜੋ ਸਟਰੋਂਸ਼ੀਅਮ 2 ਪੋਜ਼ਿਟਿਵ ਆਇਨ ਹੁੰਦਾ ਹੈ, ਠੀਕ ਹੈ ਜੀ। ਹਰੇਕ ਜਿਹੜਾ ਸਟਰੋਂਸ਼ੀਅਮ 2 ਪੋਜ਼ਿਟਿਵ ਆਇਨ ਹੈ ਉਹ ਕੀ ਕਰਦਾ ਹੈ? ਉਹ ਇੱਕ ਕਟਾਇਨ ਵੈਕੈਂਸੀ ਨੂੰ ਇੰਟਰੋਡਿਊਸ ਕਰਦਾ ਹੈ। ਮੀਨਸ ਜੋ ਸਟਰੋਂਸ਼ੀਅਮ 2 ਪੋਜ਼ਿਟਿਵ ਹੈ ਇਹ ਕਿਸ ਨੂੰ ਇੰਟਰੋਡਿਊਸ ਕਰਦਾ ਹੈ? ਇੱਕ ਵੈਕੈਂਸੀ, ਮਤਲਬ 1 ਕਟਾਇਨ ਵੈਕੈਂਸੀ ਨੂੰ ਇੰਟਰੋਡਿਊਸ ਕਰਦਾ ਹੈ। ਇਸ ਕਰਕੇ ਜੋ ਕੰਸੈਂਟਰੇਸ਼ਨ ਆਫ ਕਟਾਇਨ ਵੈਕੈਂਸੀਜ਼ ਹੈਗੀਆਂ ਨੇ ਉਹ ਕਿਹਦੇ ਇਕੁਅਲ ਹੁੰਦੀਆਂ ਨੇ? ਦੈਟ ਇਜ਼ ਮੋਲ ਪਰਸੈਂਟ। ਮੋਲ ਪਰਸੈਂਟ ਦੇ ਹੀ ਇਕੁਅਲ ਹੋ ਜਾਣਗੀਆਂ। ਮੀਨਸ ਮੋਲ ਪਰਸੈਂਟ ਤਾਂ ਤੁਹਾਨੂੰ ਗਿਵਨ ਹੈ, ਠੀਕ ਹੈ ਨਾ, ਤਾਂ ਮੋਲ ਪਰਸੈਂਟ ਦੇ ਹੀ ਇਕੁਅਲ ਹੋਣਗੀਆਂ। ਦੈਟ ਇਜ਼ ਕਰੈਕਟ ਆਂਸਰ ਇਜ਼ 1 into 10 raised to power minus 3। ਨੈਕਸਟ ਦੇਖੋ, ਇਨ ਦਾ ਲੈਬੋਰੇਟਰੀ NaCl is made by burning the sodium in the atmosphere of chlorine which is yellow in color। The cause of yellow color is। ਇਹਦਾ ਕਾਰਨ ਪੁੱਛਿਆ ਗਿਆ ਕਿ ਲੈਬੋਰੇਟਰੀ ਦੇ ਵਿੱਚ NaCl ਨੂੰ ਬਣਾਇਆ ਜਾਂਦਾ ਹੈ ਕਿਵੇਂ? ਬਰਨ ਕਰਕੇ ਸੋਡੀਅਮ ਨੂੰ ਐਟਮੋਸਫੇਅਰ ਦੇ ਵਿੱਚ। ਕਿਹਦੇ ਐਟਮੋਸਫੇਅਰ ਦੇ ਵਿੱਚ? ਕਲੋਰੀਨ ਦੇ, ਜੋ ਕਿ ਯੈਲੋ ਕਲਰ ਦਿਖਾਈ ਦਿੰਦਾ ਹੈ। ਯੈਲੋ ਕਲਰ ਦਾ ਕਾਰਨ, ਯੈਲੋ ਕਲਰ ਕਿਉਂ ਹੁੰਦਾ ਹੈ? ਇਹਦਾ ਕਰੈਕਟ ਆਂਸਰ ਆਏਗਾ ਦੈਟ ਇਜ਼ ਸੀ, ਪ੍ਰੈਜ਼ੈਂਸ ਆਫ ਇਲੈਕਟ੍ਰੋਨ ਇਨ ਦਾ ਕ੍ਰਿਸਟਲ ਲੈਟਿਸ। ਯੈਲੋ ਕਲਰ ਜਿਹੜਾ ਹੁੰਦਾ ਜਦੋਂ ਵੀ ਅਸੀਂ NaCl ਨੂੰ ਹੀਟ ਕਰਦੇ ਹਾਂ, ਠੀਕ ਹੈ ਨਾ, ਇਨ ਦੀ ਪ੍ਰੈਜ਼ੈਂਸ ਆਫ ਸੋਡੀਅਮ, ਤਾਂ ਯੈਲੋ ਕਲਰ ਕਿਉਂ ਹੁੰਦਾ ਹੈ? ਕਿਉਂਕਿ ਜਿਹੜੇ ਨੇ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਨੇ ਐਨਾਇਨ ਵੈਕੈਂਸੀਜ਼, ਠੀਕ ਹੈ। ਇੱਥੇ ਐਫ ਸੈਂਟਰ ਪ੍ਰੋਡਿਊਸ ਹੁੰਦਾ ਹੈ। ਐਫ ਸੈਂਟਰ ਪ੍ਰੋਡਿਊਸ ਹੋਣ ਕਰਕੇ ਜੋ ਇਲੈਕਟ੍ਰੋਨਸ ਦੀ ਪ੍ਰੈਜ਼ੈਂਸ ਹੁੰਦੀ ਹੈ ਉਹਦੇ ਕਰਕੇ ਜਿਹੜਾ ਹੈ ਕਲਰ ਪ੍ਰੋਡਿਊਸ ਹੁੰਦਾ ਹੈ। ਮੇਨਲੀ ਇੱਥੇ ਰੀਜ਼ਨ ਜਿਹੜਾ ਐਫ ਸੈਂਟਰ ਹੀ ਆਏਗਾ, ਠੀਕ ਹੈ ਨਾ, ਕਿਉਂਕਿ ਕਲਰ ਦੀ ਗੱਲ ਹੋ ਰਹੀ ਹੈ। ਸੋ ਇਹਦਾ ਆਂਸਰ ਆ ਜਾਏਗਾ ਪ੍ਰੈਜ਼ੈਂਸ ਆਫ ਇਲੈਕਟ੍ਰੋਨ ਇਨ ਦਾ ਕ੍ਰਿਸਟਲ ਲੈਟਿਸ। ਐਫ ਸੈਂਟਰ ਦਾ ਕਨੈਕਸ਼ਨ ਕਿਹਦੇ ਨਾਲ ਹੁੰਦਾ ਹੈ? ਦੈਟ ਇਜ਼ ਇਲੈਕਟ੍ਰੋਨ ਨਾਲ। ਨੈਕਸਟ ਹੈਗਾ ਫਰੈਂਕਲ ਡਿਫੈਕਟ ਇਜ਼ ਕਾਜ਼ਡ ਡਿਊ ਟੂ। ਫਰੈਂਕਲ ਡਿਫੈਕਟ ਕਿਸ ਦੇ ਕਾਰਨ ਹੁੰਦਾ ਹੈ? ਇਹਦਾ ਕਰੈਕਟ ਆਂਸਰ ਹੈਗਾ ਦੈਟ ਇਜ਼ ਦਾ ਸ਼ਿਫਟ ਆਫ ਏ ਪੋਜ਼ਿਟਿਵ ਆਇਨ ਫਰੋਮ ਇਟਸ ਨਾਰਮਲ ਲੈਟਿਸ ਸਾਈਡ ਟੂ ਦਾ ਇੰਟਰਸਟੀਸ਼ੀਅਲ ਸਾਈਡ। ਜਦੋਂ ਇੰਟਰਸਟੀਸ਼ੀਅਲ ਸਾਈਡ ਤੋਂ ਨਾਰਮਲ ਸਾਈਡ ਤੋਂ ਜਦੋਂ ਇੰਟਰਸਟੀਸ਼ੀਅਲ ਸਾਈਟ ਦੇ ਵਿੱਚ ਪੋਜ਼ਿਟਿਵ ਆਇਨ ਆ ਜਾਂਦਾ ਹੈ,
ਠੀਕ ਹੈ ਨਾ, ਤਾਂ ਉਦੋਂ ਜਿਹੜਾ ਹੈ ਡਿਫੈਕਟ ਕਿਹੜਾ ਹੁੰਦਾ, ਦੈਟ ਇਜ਼ ਅ ਫਰੈਂਕਲ ਡਿਫੈਕਟ। ਸੋ ਇਸ ਦਾ ਆਂਸਰ ਕੀ ਆ ਜਾਏਗਾ, ਦੈਟ ਇਜ਼ ਡੀ ਇਜ਼ ਦਾ ਕਰੈਕਟ ਆਂਸਰ। ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਹੈਜ਼ ਫਰੈਂਕਲ ਡਿਫੈਕਟ, ਇਹਦੇ ਵਿੱਚ ਕਿਸ ਦੇ ਕੋਲ ਫਰੈਂਕਲ ਡਿਫੈਕਟ ਹੈ। ਦੇਖੋ ਇਹ ਕੁਐਸਚਨ ਜਿਹੜਾ ਸੀ ਮਾਸਟਰ ਕੈਡਰ 2000 ਆਈ ਥਿੰਕ 17 ਦੇ ਵਿੱਚ ਆਇਆ ਹੋਇਆ ਸੀਗਾ ਕਿ ਫਰੈਂਕਲ ਡਿਫੈਕਟ ਜੋ ਹੈ, ਮੈਨੂੰ ਲੱਗਦਾ ਸਿਮਿਲਰ ਹੀ ਕੁਐਸਚਨ ਸੀਗਾ, ਡਿਟੋ। ਠੀਕ ਹੈ, ਸੋ ਫਰੈਂਕਲ ਡਿਫੈਕਟ ਜਿਹੜਾ ਹੈ ਇਹਦੇ ਵਿੱਚੋਂ ਕੌਣ ਸ਼ੋ ਕਰਦਾ ਹੈ। ਸੋ ਇਹਦੇ ਵਿੱਚ ਜੋ ਹੈ ਸਿਲਵਰ ਬ੍ਰੋਮਾਈਡ ਜਿਹੜਾ ਦਾ ਕਰੈਕਟ ਆਂਸਰ ਹੋਊਗਾ ਜੀ AgBr ਜੋ ਹੈ ਫਰੈਂਕਲ ਡਿਫੈਕਟ ਸ਼ੋ ਕਰਦਾ ਹੈ, ਕਿਉਂਕਿ Ag ਪੋਜ਼ਿਟਿਵ ਹੁੰਦਾ ਚਾਰਜ, Br ਦੇ ਉੱਤੇ ਨੈਗੇਟਿਵ ਹੁੰਦਾ। ਠੀਕ ਹੈ ਨਾ, ਉਹਨਾਂ ਦੇ ਸਾਈਜ਼ਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਠੀਕ ਹੈ ਨਾ, ਦੇਖੋ Ag ਪੋਜ਼ਿਟਿਵ ਐਂਡ Br ਨੈਗੇਟਿਵ, ਇਹਨਾਂ ਦੇ ਸਾਈਜ਼ ਦੇ ਵਿੱਚ ਦੀ ਗੱਲ ਕਰੀਏ, ਠੀਕ ਹੈ ਨਾ, ਇਹਨਾਂ ਦੇ ਸਾਈਜ਼ ਦੇ ਵਿੱਚ ਲਾਰਜ ਡਿਫਰੈਂਸ ਹੈ। ਜਿੱਥੇ ਲਾਰਜ ਡਿਫਰੈਂਸ ਤੁਹਾਨੂੰ ਦਿਖਾਈ ਦਊਗਾ ਨਾ ਸਾਈਜ਼ਸ ਦੇ ਵਿੱਚ, ਉੱਥੇ ਕੀ ਹੁੰਦਾ, ਫਰੈਂਕਲ ਡਿਫੈਕਟ ਸ਼ੋ ਹੁੰਦਾ। ਨੈਕਸਟ ਕੁਐਸਚਨ ਦੀ ਗੱਲ ਕਰੀਏ, ਦੈਟ ਇਜ਼ 9th ਜੋ ਹੈ, ਦੈਟ ਇਜ਼ ਅ ਸ਼ਾਰਟ ਕੀ ਡਿਫੈਕਟ ਜਨਰਲੀ ਅਪੀਅਰਸ ਇਨ। ਜਨਰਲੀ ਕਿਹਦੇ ਵਿੱਚ ਹੁੰਦਾ ਹੈ, ਓਬਵੀਅਸਲੀ ਇੱਥੇ ਦਿੱਤਾ ਹੋਇਆ ਤੁਹਾਨੂੰ NaCl, KCl ਐਂਡ ਸੀਸ਼ੀਅਮ Cl, ਸੋ ਆਈ ਥਿੰਕ ਸਾਰਿਆਂ ਦੇ ਨਾਲ ਹੀ Cl ਲੱਗਿਆ ਹੋਇਆ ਨਾ। ਤਾਂ ਸ਼ਾਰਟ ਕੀ ਡਿਫੈਕਟ ਅਕਰ ਇਨ ਹਾਈਲੀ ਆਇਨਿਕ ਕੰਪਾਊਂਡਸ ਵਿਚ ਹੈਜ਼ ਹਾਈ ਕੋਆਰਡੀਨੇਸ਼ਨ ਨੰਬਰ, ਤਾਂ ਇਹਨਾਂ ਸਾਰਿਆਂ ਦਾ ਜਿਹੜਾ ਆਂਸਰ ਡੀ ਮੀਨਸ ਸਾਰਿਆਂ ਦੇ ਵਿੱਚ ਸ਼ਾਰਟ ਕੀ ਡਿਫੈਕਟ ਜਿਹੜਾ ਹੈ ਤੁਹਾਨੂੰ ਸ਼ੋ ਹੋਏਗਾ, ਕਿਉਂਕਿ ਇਹ ਸਾਰੇ ਜਿਹੜੇ ਨੇ ਹਾਈਲੀ ਆਇਨਿਕ ਕੰਪਾਊਂਡਸ ਨੇ। ਹਾਈਲੀ ਆਇਨਿਕ ਕੰਪਾਊਂਡ ਹੋਣ, ਉਹਨਾਂ ਦਾ ਕੋਆਰਡੀਨੇਸ਼ਨ ਨੰਬਰ ਵੀ ਦੇਖੋ ਇਹਨਾਂ ਦਾ ਹਾਈ ਹੋਏਗਾ। ਠੀਕ ਹੈ, ਸੋ ਇਹਦਾ ਕਰੈਕਟ ਆਂਸਰ ਕੀ ਰਹੇਗਾ, ਦੈਟ ਇਜ਼ ਡੀ। ਨੈਕਸਟ ਦੇਖੋ, ਨੈਕਸਟ ਕੁਐਸਚਨ ਹੈ ਤੁਹਾਡੇ ਕੋਲ 10th ਕੁਐਸਚਨ, ਇਟ ਇਜ਼ ਆਲਸੋ ਰਿਲੇਟਡ ਵਿਦ ਸ਼ਾਰਟ ਕੀ ਡਿਫੈਕਟ। ਸ਼ਾਰਟ ਕੀ ਡਿਫੈਕਟ ਇਨ ਕ੍ਰਿਸਟਲਸ ਇਜ਼ ਓਬਜ਼ਰਵਡ ਵੈਨ, ਕਦੋਂ ਓਬਜ਼ਰਵ ਕੀਤਾ ਜਾਂਦਾ ਸ਼ਾਰਟ ਕੀ ਡਿਫੈਕਟ ਨੂੰ, ਦੈਟ ਇਜ਼ ਇਹਦਾ ਆਂਸਰ ਆ ਜਾਏਗਾ, ਦੈਟ ਇਜ਼ ਡੀ। ਡੀ ਇਜ਼ ਦਾ ਕਰੈਕਟ ਆਂਸਰ। ਇਕੁਅਲ ਨੰਬਰ ਆਫ ਕਟਾਇਨ ਐਂਡ ਐਨਾਇਨ ਆਰ ਮਿਸਿੰਗ ਫਰੋਮ ਦਾ ਲੈਟਿਸ, ਜਦੋਂ ਓਨੇ ਹੀ ਕਟਾਇਨਸ ਤੇ ਓਨੇ ਹੀ ਐਨਾਇਨਸ ਜਿਹੜੇ ਨੇ ਮਿਸਿੰਗ ਹੋ ਜਾਣ ਲੈਟਿਸ ਦੇ ਵਿੱਚੋਂ, ਤਾਂ ਅਸੀਂ ਕਿਹੜਾ ਡਿਫੈਕਟ ਕਹਿੰਦੇ ਹਾਂ ਉਹਨੂੰ, ਦੈਟ ਇਜ਼ ਸ਼ਾਰਟ ਕੀ ਡਿਫੈਕਟ। ਨੈਕਸਟ ਦੇਖੋ 11th ਕੁਐਸਚਨ ਹੈਗਾ, ਦੈਟ ਇਜ਼ ਆਇਨਿਕ ਸੋਲਿਡਸ ਵਿਦ ਸ਼ਾਰਟ ਕੀ ਡਿਫੈਕਟਸ ਕੰਟੇਨ ਇਨ ਦੇਅਰ ਸਟਰਕਚਰ। 11th ਦਾ ਕੀ ਆਏਗਾ, ਦੈਟ ਇਜ਼ 11th ਦਾ ਆਂਸਰ ਆਏਗਾ ਇਕੁਅਲ। ਇਹਦੇ ਵਿੱਚ ਵੀ ਅਗੇਨ ਸ਼ਾਰਟ ਕੀ ਡਿਫੈਕਟ ਬਾਰੇ ਹੀ ਤੁਹਾਨੂੰ ਪੁੱਛਿਆ ਗਿਆ। ਸੋ ਇਕੁਅਲ ਨੰਬਰ ਆਫ ਕਟਾਇਨ ਐਂਡ ਐਨਾਇਨ ਵੈਕੈਂਸੀਜ਼ ਜਦੋਂ ਵੀ ਹੁੰਦੀਆਂ ਨੇ, ਸ਼ਾਰਟ ਕੀ ਡਿਫੈਕਟ ਉੱਥੇ ਅਕਰ ਹੁੰਦਾ। ਨੈਕਸਟ ਕੁਐਸਚਨ ਦੇਖੋ, ਦ ਫੋਲੋਇੰਗ ਇਜ਼ ਨਾਟ ਅ ਫੰਕਸ਼ਨ ਆਫ ਐਨ ਇੰਪਿਓਰਿਟੀ ਪ੍ਰੈਜ਼ੈਂਟ ਇਨ ਅ ਕ੍ਰਿਸਟਲ, ਇਹਦਾ ਕੀ ਆਂਸਰ ਆਏਗਾ। ਇਹਦੇ ਵਿੱਚੋਂ ਕਹਿੰਦੇ ਕਿਹੜਾ ਜਿਹੜਾ ਹੈ ਕਰੈਕਟ ਨਹੀਂ ਹੈਗਾ, ਮੀਨਸ ਫੋਲੋਇੰਗ ਇਜ਼ ਨਾਟ ਅ ਫੰਕਸ਼ਨ ਆਫ ਇੰਪਿਓਰਿਟੀ ਪ੍ਰੈਜ਼ੈਂਟ ਇਨ ਅ ਕ੍ਰਿਸਟਲ, ਤਾਂ ਇਹਦਾ ਕਰੈਕਟ ਆਂਸਰ ਤੁਹਾਨੂੰ ਦਿਖੇਗਾ, ਦੈਟ ਇਜ਼ ਏ, ਇਸਟੈਬਲਿਸ਼ਿੰਗ ਥਰਮਲ ਇਕੁਇਲਿਬ੍ਰੀਅਮ। ਠੀਕ ਹੈ ਜੀ, ਇਹਦਾ ਕਰੈਕਟ ਆਂਸਰ ਆਏਗਾ ਏ। 13 ਕੁਐਸਚਨ ਦੇਖ ਲਓ, ਡਿਊ ਟੂ ਫਰੈਂਕਲ ਡਿਫੈਕਟ ਦ ਡੈਂਸਿਟੀ ਆਫ ਦਾ ਆਇਨਿਕ ਸੋਲਿਡਸ, ਵੈਰੀ ਇੰਪੋਰਟੈਂਟ ਕੁਐਸਚਨ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਕਿ ਫਰੈਂਕਲ ਡਿਫੈਕਟ ਹੋਣ ਦੇ ਨਾਲ ਡੈਂਸਿਟੀ ਜਿਹੜੀ ਹੁੰਦੀ ਹੈ ਆਇਨਿਕ ਸੋਲਿਡਸ ਦੀ, ਉਹਨੂੰ ਕੀ ਫਰਕ ਪੈਂਦਾ ਹੈ। ਠੀਕ ਹੈ ਨਾ, ਕੀ ਫਰਕ ਪਊਗਾ, ਇਸ ਦਾ ਕਰੈਕਟ ਆਂਸਰ ਹੈ, ਡੈਟ ਇਜ਼ ਇਹਨੂੰ ਕੋਈ ਫਰਕ ਨਹੀਂ ਪਊਗਾ ਜੀ, ਡਜ਼ ਨਾਟ ਚੇਂਜ। ਰੀਜ਼ਨ ਦੇਖੋ, ਕਿਉਂਕਿ ਫਰਕ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਜਦੋਂ ਵੀ ਫਰੈਂਕਲ ਡਿਫੈਕਟ ਹੁੰਦਾ ਨਾ, ਉਹਦੇ ਵਿੱਚ ਕੀ ਹੁੰਦਾ ਹੈ, ਕੋਈ ਵੀ ਚੀਜ਼ ਜਿਹੜੀ ਹੈ ਮਿਸਿੰਗ ਨਹੀਂ ਹੁੰਦੀ। ਓਕੇ, ਮਤਲਬ ਕੋਈ ਵੀ ਆਇਨਸ ਜਿਹੜੇ ਨੇ ਉਸ ਕੰਪਾਊਂਡ ਤੋਂ ਜਾਂ ਉਸ ਸੋਲਿਡ ਤੋਂ, ਉਸ ਕ੍ਰਿਸਟਲ ਤੋਂ ਬਾਹਰ ਨਹੀਂ ਜਾਂਦੇ ਹੈਗੇ, ਉੱਥੇ ਹੀ ਰਹਿੰਦੇ। ਸੋ ਨਥਿੰਗ ਇਜ਼ ਮਿਸਿੰਗ, ਕੁਝ ਵੀ ਮਿਸਿੰਗ ਨਹੀਂ ਹੁੰਦਾ। ਇਸ ਕਰਕੇ ਆਪਾਂ ਕਹਾਂਗੇ ਕਿ ਕੋਈ ਵੀ ਇਫੈਕਟ ਜਿਹੜਾ ਡੈਂਸਿਟੀ ਤੇ ਨਹੀਂ ਹੁੰਦਾ। ਸੋ ਨੋ ਚੇਂਜ ਇਨ ਦਾ ਡੈਂਸਿਟੀ। ਨੈਕਸਟ ਕੁਐਸਚਨ ਦੇਖੋ ਜੀ 14, ਦੈਟ ਇਜ਼ ਪੁਆਇੰਟ ਡਿਫੈਕਟਸ ਆਰ ਪ੍ਰੈਜ਼ੈਂਟ ਇਨ। ਪੁਆਇੰਟ ਡਿਫੈਕਟਸ ਕਹਿੰਦੇ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਇਹ ਪ੍ਰੈਜ਼ੈਂਟ ਹੁੰਦੇ ਨੇ ਆਇਨਿਕ ਸੋਲਿਡਸ ਦੇ ਵਿੱਚ। ਨੈਕਸਟ ਕੁਐਸਚਨ ਦੇਖੋ, ਇਫ ਅ ਨੋਨ ਮੈਟਲ ਇਜ਼ ਐਡਡ, ਅਗਰ ਕਹਿੰਦੇ ਨੋਨ ਮੈਟਲ ਨੂੰ ਐਡ ਕਰ ਦਈਏ ਕਿਹਦੇ ਵਿੱਚ, ਟੂ ਦਾ ਇੰਟਰਸਟੀਸ਼ੀਅਲ ਸਾਈਡਸ ਦੇ ਵਿੱਚ ਆਫ ਅ ਮੈਟਲ, ਦੈਨ ਮੈਟਲ ਬਿਕਮ, ਮੈਟਲ ਦੇ ਜਿਹੜੇ ਇੰਟਰਸਟੀਸ਼ੀਅਲ ਸਾਈਡਸ ਨੇ ਉਹਦੇ ਵਿੱਚ ਨੋਨ ਮੈਟਲ ਨੂੰ ਐਡ ਕਰ ਦਈਏ ਤਾਂ ਕੀ ਹੋਊਗਾ। ਇਹਦਾ ਆਂਸਰ ਆਏਗਾ, ਦੈਟ ਇਜ਼ ਲੈਸ ਟੈਂਸਾਈਲ। ਜੋ ਮੈਟਲ ਹੈ ਨਾ, ਉਹਦੀ ਟੈਂਸਾਈਲ ਜਿਹੜੀ ਸਟਰੈਂਥ ਹੈ, ਮਤਲਬ ਐਕਸਟੈਂਸ਼ਨ ਪਾਵਰ ਕਹਿ ਸਕਦੇ ਹੋ, ਉਹ ਜਿਹੜੀ ਹੈਗੀ ਆ ਘਟ ਜੂਗੀ। ਠੀਕ ਹੈ ਜੀ, ਉਹ ਲੈਸ ਟੈਂਸਾਈਲ ਹੋ ਜਾਏਗਾ। ਨੈਕਸਟ ਦੇਖੋ 16 ਦਾ ਆਂਸਰ ਕੀ ਆਏਗਾ, in AgBr crystal the ion size lies in the order, that is Ag positive is very less than Br negative, means more difference ਕਹਿ ਸਕਦੇ ਹੋ ਤੁਸੀਂ। the AgBr crystal should have the following characteristics। ਅਗੇਨ ਦੇਖੋ ਇਹ ਕੁਐਸਚਨ ਰਿਪੀਟ ਹੋ ਗਿਆ, ਕੁਐਸਚਨ ਦੀ ਫਾਰਮ ਚੇਂਜ ਹੋ ਰਹੀ ਹੈ। ਠੀਕ ਹੈ ਨਾ, ਕੁਐਸਚਨ ਫਾਰਮੈਟ ਚੇਂਜ ਹੋ ਰਿਹਾ, ਇਹਨੂੰ ਦੇਖ ਕੇ ਥੋੜਾ ਜਿਹਾ ਇਦਾਂ ਲੱਗਦਾ ਵੀ ਇਹ ਕੁਐਸਚਨ ਹੋ ਚੁੱਕਿਆ,
ਉੱਥੇ ਵੀ ਦੱਸਿਆ ਸੀਗਾ ਕਿ ਇਹ ਚੀਜ਼ ਨੂੰ ਸਮਝੋ, ਸਾਈਜ਼ ਦੇ ਵਿੱਚ ਜ਼ਿਆਦਾ ਡਿਫਰੈਂਸ ਹੈ। ਜਦੋਂ ਸਾਈਜ਼ ਦੇ ਵਿੱਚ ਜ਼ਿਆਦਾ ਡਿਫਰੈਂਸ ਦਿਖਾਈ ਦੇਵੇ ਤਾਂ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਕਿਹੜਾ ਡਿਫੈਕਟ ਨਜ਼ਰ ਆਊਗਾ, ਫਰੈਂਕਲ ਡਿਫੈਕਟ ਓਨਲੀ। ਓਕੇ, ਫਰੈਂਕਲ ਡਿਫੈਕਟ ਇਹਦਾ ਆਂਸਰ ਆ ਜਾਏਗਾ। 17 ਦਾ ਦੇਖੋ ਕਿ ਫਰੈਂਕਲ ਐਂਡ ਸ਼ਾਰਟਕੀ ਡਿਫੈਕਟਸ ਆਰ। ਫਰੈਂਕਲ ਤੇ ਸ਼ਾਰਟਕੀ ਡਿਫੈਕਟਸ ਆਰ ਕੀ ਨੇ? ਕ੍ਰਿਸਟਲ ਡਿਫੈਕਟਸ ਨੇ ਜੀ, ਕ੍ਰਿਸਟਲ ਦੇ ਵਿੱਚ ਦਿਖਾਈ ਦਿੰਦੇ ਨੇ ਸਾਨੂੰ, ਠੀਕ ਹੈ। ਕ੍ਰਿਸਟਲ ਡਿਫੈਕਟਸ ਨੇ ਇਹ ਦੋਨੋਂ, ਇੰਪੋਰਟੈਂਟ ਕੁਐਸਚਨ ਹੈ ਵੀ। 18 ਕੁਐਸਚਨ ਦੇਖੋ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਕਰੈਕਟ ਸਟੇਟਮੈਂਟ। ਇਹ 'ਚ ਤੁਸੀਂ ਸਭ ਤੋਂ ਜ਼ਿਆਦਾ ਕਰੈਕਟ ਸਟੇਟਮੈਂਟ ਲੱਭਣੀ ਆ, ਤੇ ਕਰੈਕਟ ਸਟੇਟਮੈਂਟ ਇਹਦੇ ਵਿੱਚ ਕਿਹੜੀ ਹੋਏਗੀ? that is brass is an interstitial alloy while steel is a substitutional alloy. Brass is a substitutional alloy while steel is an interstitial alloy. Brass and steel are both, देखो ਇਹਦੇ ਵਿੱਚ correct answer रहेगा that is B। ਬਰਾਸ ਜੋ ਹੈ ਉਹ ਸਬਸਟੀਟਿਊਸ਼ਨਲ ਅਲੋਏ ਹੈ, ਜੋ ਸਟੀਲ ਹੈ ਉਹ ਇੰਟਰਸਟੀਸ਼ੀਅਲ ਅਲੋਏ ਹੈ। ਕਿਵੇਂ? ਬਰਾਸ ਜੋ ਹੈ, ਜੋ ਬਰਾਸ ਹੈ ਉਹ ਦੋ ਕੰਪੋਨੈਂਟਸ ਤੋਂ ਬਣਦਾ ਹੈ, ਮੀਨਸ ਦੋ ਮੈਟਲਸ ਤੋਂ ਬਣਦਾ ਹੈ, ਦੈਟ ਇਜ਼ ਕਾਪਰ ਐਂਡ ਦੂਸਰਾ ਕਿਹੜਾ ਹੁੰਦਾ ਹੈ? ਜ਼ਿੰਕ। ਜੋ ਕਾਪਰ ਹੁੰਦਾ ਹੈ ਉਹ ਕਿੰਨਾ ਪਰਸੈਂਟ ਪ੍ਰੈਜ਼ੈਂਟ ਹੁੰਦਾ ਹੈ? ਦੈਟ ਇਜ਼ 80% ਪ੍ਰੈਜ਼ੈਂਟ ਹੁੰਦਾ ਹੈ। ਜੋ ਜ਼ਿੰਕ ਹੁੰਦਾ ਹੈ ਦੈਟ ਇਜ਼ ਉਹ ਕਿੰਨਾ ਪ੍ਰੈਜ਼ੈਂਟ ਹੁੰਦਾ ਹੈ? 20%। ਇੱਕ ਕੁਆਂਟਿਟੀ ਬਹੁਤ ਜ਼ਿਆਦਾ ਲਈ ਜਾ ਰਹੀ ਹੈ, ਦੂਸਰੀ ਬਹੁਤ ਘੱਟ ਲਈ ਜਾ ਰਹੀ ਹੈ। ਦਿਸ ਇਜ਼ ਅ ਸਬਸਟੀਟਿਊਸ਼ਨਲ। ਵਾਈਲ ਜੋ ਸਟੀਲ ਹੁੰਦਾ ਹੈ, ਸਟੀਲ ਕੀ ਹੈ? ਇੰਟਰਸਟੀਸ਼ੀਅਲ ਅਲੋਏ ਹੈ। ਇਟ ਇਜ਼ ਐਨ ਅਲੋਏ ਆਫ ਆਇਰਨ, ਠੀਕ ਹੈ ਨਾ। ਜੋ ਸਟੀਲ ਹੁੰਦਾ ਹੈ, ਸਟੀਲ ਦੇ ਵਿੱਚ ਕੀ ਹੁੰਦਾ ਹੈ? ਦੈਟ ਇਜ਼ ਆਇਰਨ। ਇੱਕ ਤੁਸੀਂ ਆਇਰਨ ਕਹਿ ਸਕਦੇ ਹੋ, ਠੀਕ ਹੈ। ਆਇਰਨ ਦੀ ਜਿਹੜੀ ਅਲੋਏ ਕੀਤਾ ਜਾਂਦਾ ਹੈ ਪਲੱਸ ਮਿਕਸ ਉਹਨੂੰ ਕਾਰਬਨ, ਠੀਕ ਹੈ। ਕਾਰਬਨ ਦੇ ਨਾਲ ਇਹਦੀ ਜਿਹੜੀ ਅਲੋਏ ਬਣਦੀ ਹੈ। ਕਾਰਬਨ ਐਟਮ ਜਿਹੜੇ ਹੁੰਦੇ ਨੇ ਉਹ ਕੀ ਆਕੂਪਾਈ ਕਰ ਲੈਂਦੇ ਨੇ? ਇੰਟਰਸਟੀਸ਼ੀਅਲ ਸਾਈਟਸ ਆਕੂਪਾਈ ਕਰ ਲੈਂਦੇ ਨੇ, ਠੀਕ ਹੈ ਨਾ। ਕਿਹਦੀਆਂ? ਆਇਰਨ ਦੀਆਂ, ਠੀਕ ਹੈ। ਆਇਰਨ ਦੀਆਂ ਜੋ ਇੰਟਰਸਟੀਸ਼ੀਅਲ ਵੋਇਡਸ ਨੇ ਉਹਨਾਂ ਨੂੰ ਕਾਰਬਨ ਆਕੂਪਾਈ ਕਰ ਲੈਂਦਾ ਹੈ, ਇਸ ਕਰਕੇ ਇਹਨਾਂ ਨੂੰ ਅਸੀਂ ਇੰਟਰਸਟੀਸ਼ੀਅਲ ਅਲੋਏ ਕਹਿੰਦੇ ਹਾਂ। ਸੋ ਯਾਦ ਰੱਖਿਓ ਇਹ ਕਨਸੈਪਟ। ਓਕੇ, ਨੈਕਸਟ ਦੇਖੋ 19 ਕੁਐਸਚਨ ਹੈ ਜਿਹੜਾ 19 ਕੁਐਸਚਨ ਜਿਹੜਾ ਹੈ, ਦ ਫਲੇਮ ਕਲਰਸ ਆਫ ਮੈਟਲ ਆਇਨਸ ਆਰ ਡਿਊ ਟੂ। ਜੋ ਫਲੇਮ ਕਲਰਸ ਹੁੰਦੇ ਨੇ ਆਇਨਸ ਦੇ, ਠੀਕ ਹੈ, ਉਹ ਕਿਹਦੇ ਕਾਰਨ ਹੁੰਦੇ ਨੇ? ਓਕੇ, ਇਹਦਾ ਤੁਸੀਂ ਖੁਦ ਕਰੈਕਟ ਜਿਹੜਾ ਆਂਸਰ ਲੱਭਣਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਦੱਸਣਾ, ਤੁਹਾਡਾ ਹੋਮਵਰਕ ਹੈ। 20th ਕੁਐਸਚਨ ਦੇਖੋ, ਵਿਚ ਵਨ ਆਫ ਦਾ ਫੋਲੋਇੰਗ ਕ੍ਰਿਸਟਲਸ ਡਜ਼ ਨਾਟ ਐਗਜ਼ਿਬਿਟ ਫਰੈਂਕਲ ਡਿਫੈਕਟ। ਇਹਨਾਂ ਦੇ ਵਿੱਚੋਂ ਕਿਹਦੇ ਕੋਲ ਫਰੈਂਕਲ ਡਿਫੈਕਟ ਨਹੀਂ ਹੁੰਦਾ? ਸੋ ਏ ਤੋਂ ਹੈ, ਦੇਖੋ ਇਹਦਾ ਆਂਸਰ ਬਿਲਕੁਲ ਸਹੀ ਹੈ। ਏਜੀ ਵਾਲੇ ਤਾਂ ਤੁਸੀਂ ਇਦਾਂ ਹੀ ਲਰਨ ਕਰ ਲਓ ਵੀ ਫਰੈਂਕਲ ਡਿਫੈਕਟ ਸ਼ੋ ਕਰਦੇ ਨੇ। ਸਾਈਜ਼ ਡਿਫਰੈਂਸ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ, AgCl ਵੀ ਕਰੇਗਾ, ਸਾਈਜ਼ ਡਿਫਰੈਂਸ ਬਹੁਤ ਜ਼ਿਆਦਾ ਹੈ, ਠੀਕ ਹੈ। ਬ੍ਰੋਮਾਈਡ, ਕਲੋਰਾਈਡ ਐਂਡ ਜ਼ਿੰਕ ਸਲਫਾਈਡ ਵੀ ਕਰੇਗਾ, ਠੀਕ ਹੈ, ਬਿਕੋਜ਼ ਸਾਈਜ਼ ਡਿਫਰੈਂਸ ਮੋਰ ਹੁੰਦਾ ਹੈ। ਬਟ ਜੋ ਨਹੀਂ ਕਰੇਗਾ ਦੈਟ ਇਜ਼, ਇਹਦਾ ਆਂਸਰ ਕੀ ਆ ਜਾਊਗਾ? ਸੀ। ਇਹਨਾਂ ਨੇ ਪੁੱਛਿਆ ਡਜ਼ ਨਾਟ, ਡੋਂਟ ਕਨਫਿਊਜ਼। ਓਕੇ, ਡਜ਼ ਨਾਟ ਪੁੱਛਿਆ ਹੈਗਾ ਤਾਂ ਇਹਦਾ ਆਂਸਰ ਕੀ ਆ ਜਾਏਗਾ? ਬੀ ਦਾ ਆਂਸਰ ਆ ਜਾਏਗਾ ਸੀ, KBr। KBr ਜੋ ਹੈ ਸ਼ਾਰਟ ਕੀ ਡਿਫੈਕਟ ਸ਼ੋ ਕਰਦਾ, ਓਕੇ, ਨਾਟ ਫਰੈਂਕਲ। ਇਹਨਾਂ ਨੇ ਫਰੈਂਕਲ ਪੁੱਛਿਆ ਕਿ ਜੋ ਨਹੀਂ ਐਗਜ਼ਿਬਿਟ ਕਰਦਾ। ਨੈਕਸਟ ਕੁਐਸਚਨ ਦੇਖੋ, ਦੈਟ ਇਜ਼ ਇਨ ਅ ਸੋਲਿਡ ਲੈਟਿਸ the cation has left a lattice site and is located at an interstitial position, the lattice defect is known as। ਇਹਦੇ ਵਿੱਚ ਕੀ ਆਏਗਾ? ਕਹਿੰਦੇ ਕੋਈ ਸੋਲਿਡ ਲੈਟਿਸ ਹੈ, ਉਹਦਾ ਕੈਟਾਇਨ ਲੈਫਟ ਕਰ ਗਿਆ, ਠੀਕ ਹੈ ਨਾ, ਲੈਫਟ ਲੈਟਿਸ ਸਾਈਡ, ਤੇ ਕਿੱਥੇ ਚਲਾ ਗਿਆ? ਇੰਟਰਸਟੀਸ਼ੀਅਲ ਪੋਜੀਸ਼ਨ ਦੇ ਵਿੱਚ। ਤਾਂ ਇਸ ਲੈਟਿਸ ਡਿਫੈਕਟ ਨੂੰ ਅਸੀਂ ਕਿਹੜਾ ਡਿਫੈਕਟ ਕਹਾਂਗੇ? ਦੈਟ ਇਜ਼ ਸੀ, ਫਰੈਂਕਲ ਡਿਫੈਕਟ। ਓਕੇ, ਕਿਉਂਕਿ ਫਰੈਂਕਲ ਡਿਫੈਕਟ ਅਸੀਂ ਕਿਹਾ ਸੀ ਨਾ, ਡੈਂਸਿਟੀ ਨੂੰ ਕੋਈ ਫਰਕ ਨਹੀਂ ਪੈਂਦਾ। ਓਕੇ, ਮਤਲਬ ਜਿਹੜੇ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਆਇਨਸ ਨੇ, ਠੀਕ ਹੈ ਨਾ, ਕੈਟਾਇਨ ਐਨਾਇਨ ਜਿਹੜੇ ਨੇ ਉਹ ਜਸਟ ਇੰਟਰਸਟੀਸ਼ੀਅਲ ਸਾਈਟ ਦੇ ਵਿੱਚ ਆ ਜਾਂਦੇ ਨੇ, ਬਟ ਉਹਨੂੰ ਲੈਫਟ ਨਹੀਂ ਕਰਕੇ ਜਾਂਦੇ। ਇਸ ਕਰਕੇ ਇਹਦਾ ਆਂਸਰ ਕੀ ਆ ਜਾਏਗਾ? ਫਰੈਂਕਲ ਡਿਫੈਕਟ ਹੋ ਜਾਏਗਾ। ਨੈਕਸਟ ਦੇਖੋ, ਸੋ ਜਿਹੜਾ ਨੈਕਸਟ ਕੁਐਸਚਨ ਹੈ ਤੁਹਾਡਾ, ਦੈਟ ਇਜ਼ 22। ਵੈਨ ਇਲੈਕਟ੍ਰੋਨਸ ਆਰ ਟਰੈਪਡ ਇਨਟੂ ਦ ਕ੍ਰਿਸਟਲ ਇਨ ਐਨਾਇਨ ਵੈਕੈਂਸੀ ਦ ਡਿਫੈਕਟ ਇਜ਼ ਨੋਨ ਐਜ਼। ਇਹਨੂੰ ਕੀ ਕਹਿੰਦੇ ਨੇ? ਦੈਟ ਇਜ਼ ਜਦੋਂ ਵੀ ਇਲੈਕਟ੍ਰੋਨਸ ਆਰ ਟਰੈਪਡ ਇਨਟੂ ਦਾ ਕ੍ਰਿਸਟਲ ਇਨ ਐਨਾਇਨ ਵੈਕੈਂਸੀ, ਇਸ ਡਿਫੈਕਟ ਨੂੰ ਅਸੀਂ ਕੀ ਕਹਿੰਦੇ ਹਾਂ? ਦੈਟ ਇਜ਼ ਐਫ ਸੈਂਟਰਸ। ਨੈਕਸਟ ਕੁਐਸਚਨ ਵੀ ਤੁਹਾਡਾ ਹੋਮਵਰਕ ਹੈ, ਸ਼ਾਰਟਕੀ ਡਿਫੈਕਟ ਡਿਫਾਈਨਸ ਇੰਪਰਫੈਕਸ਼ਨ ਇਨ ਦ ਲੈਟਿਸ ਸਟਰਕਚਰ ਆਫ ਅ ਡੈਸ਼। ਇਹਦਾ ਤੁਸੀਂ ਖੁਦ ਆਂਸਰ ਦੇਣਾ ਕਿ ਜੋ ਸ਼ਾਰਟਕੀ ਡਿਫੈਕਟ ਹੈ ਡਿਫਾਈਨਸ imperfection in the lattice structure of a dash, solid, liquid, gas ਜਾਂ plasma। ਇਹਦਾ ਤੁਸੀਂ ਕੁਐਸਚਨ ਖੁਦ ਫਾਈਂਡ ਕਰਨਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਹੈ ਤੁਸੀਂ ਰਿਪਲਾਈ ਕਰਨਾ ਹੈ, ਤੇ ਮੈਂ ਤੁਹਾਨੂੰ ਦੱਸ ਦੂੰਗੀ ਵੀ ਤੁਹਾਡਾ ਕਰੈਕਟ ਆਂਸਰ ਹੈ ਜਾਂ ਇਨਕਰੈਕਟ ਆਂਸਰ ਹੈ, ਠੀਕ ਹੈ ਜੀ। ਸੋ ਦਿਸ ਇਜ਼ ਆਲ ਅਬਾਊਟ, ਓਕੇ, ਡਿਫੈਕਟਸ ਇਨ ਕ੍ਰਿਸਟਲਸ। ਬਹੁਤ ਇੰਪੋਰਟੈਂਟ ਟੌਪਿਕ ਹੈ, ਓਕੇ, ਐਗਜ਼ਾਮ ਦੇ ਵਿੱਚ ਇਹਦੇ ਨਾਲ ਦੇ ਕੁਐਸਚਨ ਸੋਲਿਡ ਸਟੇਟ ਦੇ ਵਿੱਚੋਂ ਬਣਦੇ ਨੇ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਠੀਕ ਹੈ ਜੀ। ਥੈਂਕ ਯੂ ਐਂਡ ਆਪਣੀ ਤਿਆਰੀ ਕਰਦੇ ਰਹੋ ਵਧੀਆ ਤਰੀਕੇ ਨਾਲ। ਓਕੇ, ਸੋ ਥੈਂਕ ਯੂ ਸਟੂਡੈਂਟ, ਥੈਂਕ ਯੂ ਅ ਲੋਟ।